TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਰੂਸ ਖਿਲਾਫ ਮਤਾ ਪਾਸ, ਭਾਰਤ ਫਿਰ ਰਿਹਾ ਗੈਰ ਹਾਜ਼ਰ। ਰੂਸ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ, ਪਰ ਯੂਕਰੇਨ ਨੂੰ ਨਹੀਂ ਬਣਾਉਣ ਦੇਵਾਂਗੇ ਪਰਮਾਣੂ ਹਥਿਆਰ, ਆਖਿਆ ਰੂਸ ਨੇ। ਯੂਕਰੇਨ ਵਿੱਚ ਫਸੇ ਪੰਜਾਬ ਦੇ 300 ਵਿਦਿਆਰਥੀਆਂ ਨਾਲ ਨਹੀਂ ਹੋ ਰਿਹਾ ਸੰਪਰਕ। ਕਿਵੇਂ ਖੁੰਝਿਆ ਭਾਰਤ, ਕਿਵੇਂ ਖਾਧੀ ਭਾਰਤ ਨੇ ਮਾਰ, ਕਰਾਂਗੇ ਵਿਸਥਾਰ ਨਾਲ ਗੱਲਬਾਤ। ਕੈਨੇਡਾ 'ਚ ਪੰਜਾਬਣ ਮੁਟਿਆਰ ਦੇ ਕਤਲ ਪਿੱਛੋਂ ਗੋ ਫੰਡਮੀ ਦੀ ਸ਼ੁਰੂਆਤ, ਅਤੇ ਇੱਕ ਪੰਜਾਬੀ ਨੌਜਵਾਨ ਡਰੱਗ ਤਸਕਰੀ ਦੇ ਦੋਸ਼ਾਂ ਵਿੱਚ ਕੈਨੇਡਾ ਵਿੱਚ ਗ੍ਰਿਫਤਾਰ, ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਫਿਰ ਲਟਕੀ। ਦੋਸਤੋ, ਇਹ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਾ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਭ ਤੋਂ ਪਹਿਲਾਂ ਦੁਨੀਆ ਦੀਆਂ ਨਜ਼ਰਾਂ ਯੂਕਰੇਨ ਤੇ ਟਿਕੀਆਂ ਹੋਈਆਂ ਨੇ, ਰੂਸ ਵੱਲ ਟਿਕੀਆਂ ਹੋਈਆਂ ਨੇ। ਯੂਕਰੇਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਖਾਰਕੀਵ। ਖਾਰਕੀਵ ਦੇ ਵਿੱਚ ਇਸ ਵਕਤ ਅਸਮਾਨ ਤੋਂ ਅੱਗ ਵਰ ਰਹੀ ਹੈ। ਟੈਂਕ ਤੇ ਤੋਪਾਂ ਗੋਲੇ ਉਗਲ ਰਹੀਆਂ ਨੇ, ਕੰਧਾਂ ਨੂੰ ਚੀਰ-ਚੀਰ ਕੇ ਲੋਕਾਂ ਦੀ ਜਾਨ ਲੈ ਰਹੀਆਂ ਨੇ। ਹਮਲੇ ਨੂੰ 7ਵਾਂ ਦਿਨ ਸੀ। ਪੂਰਾ ਇੱਕ ਹਫ਼ਤਾ ਹੋ ਗਿਆ ਜਦੋਂ ਖਾਰਕੀਵ ਤੇ ਰੂਸੀ ਹਮਲੇ ਹੋਰ ਤੇਜ਼ ਹੋਏ। ਕਰੂਜ਼ ਮਿਜ਼ਾਈਲਾਂ ਨੇ ਖਬਰ ਮਿਲੀ ਕਿ ਨਗਰ ਕੌਂਸਲ ਦੀ ਇਮਾਰਤ ਤੇ ਹੋਰ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਹਨਾਂ ਤਾਜ਼ਾ ਹਮਲਿਆਂ ਦੇ ਪਿੱਛੋਂ ਯੂਕਰੇਨ ਦੇ ਵਿੱਚ 2000 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਖਾਰਕੀਵ ਦੇ ਵਿੱਚ ਰਹਿਣ ਵਾਲੇ ਸਮੁੱਚੇ ਭਾਰਤੀਆਂ ਨੂੰ ਤੁਰੰਤ ਸ਼ਹਿਰ ਛੱਡਣ ਦਾ ਹੁਕਮ ਦਿੱਤਾ ਸੀ। ਇਸੇ ਦੌਰਾਨ ਰੂਸੀ ਫੌਜਾਂ ਨੇ ਬੁੱਧਵਾਰ ਵਾਲੇ ਦਿਨ ਯੂਕਰੇਨ ਦੇ ਖੇਰਸਾਨ ਸ਼ਹਿਰ ਤੇ ਵੀ ਕਬਜ਼ਾ ਕੀਤਾ। ਰਾਜਧਾਨੀ ਕੀਵ ਨੂੰ ਵੀ ਘੇਰ ਕੇ ਰੂਸੀ ਫੌਜ ਨੇ ਉਸ ਉੱਤੇ ਹਮਲੇ ਤੇਜ਼ ਕਰ ਦਿੱਤੇ ਤੇ ਅਨਿਸ਼ਚਿਤਤਾ ਦਾ ਇਸ ਵਕਤ ਮਾਹੌਲ ਹੈ। ਤੇਲ ਦੀਆਂ ਕੀਮਤਾਂ ਇਸ ਵਕਤ ਉਛਾਲ ਮਾਰ ਰਹੀਆਂ ਨੇ। ਬੁੱਧਵਾਰ ਨੂੰ ਕਰੀਬ $110 ਪ੍ਰਤੀ ਬੈਰਲ ਤੇ ਤੇਲ ਪਹੁੰਚਿਆ ਹੋਇਆ ਸੀ। ਹਮਲੇ ਦੇ 7ਵੇਂ ਦਿਨ ਰਾਜਧਾਨੀ ਕੀਵ ਤੇ ਕਬਜ਼ਾ ਕਰਨ ਵਿੱਚ ਭਾਵੇਂ ਮੁਕੰਮਲ ਤੌਰ ਤੇ ਰੂਸ ਦੀ ਫੌਜ ਨਾਕਾਮ ਰਹੀ, ਪਰ ਹਮਲੇ ਉਹਨਾਂ ਨੇ ਜ਼ਰੂਰ ਤੇਜ਼ ਕੀਤੇ। ਇਹ ਵੀ ਪਤਾ ਲੱਗਿਆ ਕਿ ਹੁਣ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਰੂਸ ਦੀ ਫੌਜ ਨੇ ਹਮਲੇ ਤੇਜ਼ ਕਰ ਦਿੱਤੇ ਤੇ ਪਰਹੇਜ਼ ਨਹੀਂ ਕੀਤਾ ਜਾ ਰਿਹਾ। ਤੇ ਨਾਲ ਹੀ ਪਰਮਾਣੂ ਹਥਿਆਰਾਂ ਨੂੰ ਹਾਈ ਅਲਰਟ ਤੇ ਕਰਨ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ, ਜਿਵੇਂ ਪਹਿਲਾਂ 2 ਸੰਸਾਰ ਜੰਗਾਂ ਹੋ ਚੁੱਕੀਆਂ ਨੇ, ਤੀਸਰੇ ਵਿਸ਼ਵ ਯੁੱਧ ਦੀ ਚੇਤਾਵਨੀ ਵੀ ਦਿੱਤੀ। ਤੇ ਨਾਲ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਹ ਤੀਸਰੀ ਸੰਸਾਰ ਜੰਗ ਛਿੜਦੀ ਹੈ ਤਾਂ ਉਹਦੇ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਹੋਣੀ ਨਿਸ਼ਚਿਤ ਹੈ। ਭਾਵ ਉਹਨਾਂ ਦੇ ਮਨਸੂਬੇ ਕੀ ਨੇ, ਇਹ ਜਾਂ ਤਾਂ ਭਾਈ ਬੜਕਾਂ ਮਾਰ ਰਹੇ ਨੇ, ਜਾਂ ਜਿਸ ਤਰੀਕੇ ਨਾਲ ਉਹਨੇ ਹਮਲਾ ਕਰ ਦਿੱਤਾ ਹੈ, ਜਿਸ ਤਰੀਕੇ ਨਾਲ ਪਰਮਾਣੂ ਹਥਿਆਰਾਂ ਵਾਲੀਆਂ ਮਿਜ਼ਾਈਲਾਂ ਫਾਇਰਿੰਗ ਮੋਡ ਤੇ ਨੇ, ਕੱਲ ਨੂੰ ਕੁਝ ਵੀ ਹੋ ਸਕਦਾ ਹੈ। ਉਹ ਕਹਿੰਦੇ ਜੇਕਰ ਇਹ ਹੋਇਆ ਤਾਂ ਇਹਦੇ ਕਾਰਨ ਦੁਨੀਆ ਦੇ ਵਿੱਚ ਤਬਾਹੀ ਨਹੀਂ ਸਗੋਂ ਮਹਾਂ ਤਬਾਹੀ ਮਚੂਗੀ। ਇਸੇ ਦੌਰਾਨ ਪਰਮਾਣੂ ਹਥਿਆਰਾਂ ਨਾਲ ਲੈਸ ਰੂਸ ਦੀ ਪਣਡੁੱਬੀ ਬੇਰੈਂਟਸ ਸਾਗਰ ਦੇ ਵਿੱਚ ਗਸ਼ਤ ਕਰਦੀ ਨਜ਼ਰ ਆਈ ਹੈ। ਰਾਸ਼ਟਰਪਤੀ ਪੁਤਨ ਦੇ ਹਾਈ ਅਲਰਟ ਦੇ ਆਦੇਸ਼ ਤੋਂ ਬਾਅਦ ਰੂਸ ਤੇ ਪਰਮਾਣੂ ਹਥਿਆਰ ਹਮਲੇ ਲਈ ਸਥਿਤੀ ਵਿੱਚ ਨੇ। ਇਸ ਵਕਤ ਕਿਸੇ ਵਕਤ ਵੀ ਉਹਨਾਂ ਨੂੰ ਇਸ਼ਾਰਾ ਹੋਇਆ ਤੇ ਉਹ ਹਮਲਾ ਕਰ ਦੇਣਗੇ। ਰੂਸ ਨੇ ਯੂਕਰੇਨ ਦੇ ਵਿੱਚ ਹਥਿਆਰਾਂ ਦੀ ਸਪਲਾਈ ਕਰ ਰਹੇ ਨਾਟੋ ਦੇ ਮੁਲਕਾਂ ਤੇ ਹਮਲਾ ਕਰਨ ਦੀ ਵੀ ਇਹ ਹੈ ਕਿ ਅਸੀਂ ਗਰੰਟੀ ਨਹੀਂ ਦਿੰਦੇ ਕਿ ਉਹਨਾਂ ਤੇ ਹਮਲਾ ਨਹੀਂ ਹੋਊ, ਕਿਉਂਕਿ ਆਹ ਤਕਰੀਬਨ ਉਸ ਪਾਸੇ ਨੂੰ ਮਿਲ ਰਹੀਆਂ ਖਬਰਾਂ ਨੇ। ਇੱਕ ਤਾਂ ਉਹ ਕਹਿੰਦੇ ਤੀਸਰਾ ਸੰਸਾਰ ਜੰਗ ਲੱਗ ਸਕਦਾ ਹੈ। ਇੱਕ ਕੁਝ ਮੁਲਕ ਨੇ ਜਿਹੜੇ ਨਾਟੋ ਮੈਂਬਰ ਨੇ, ਪਰ ਉਹ ਇਸ ਵਕਤ ਸਿੱਧੇ ਤੌਰ ਤੇ ਤਾਂ ਯੂਕਰੇਨ ਦੇ ਵਿੱਚ ਜੰਗ ਦੇ ਵਿੱਚ, ਯੁੱਧ ਦੇ ਵਿੱਚ ਸ਼ਾਮਲ ਨਹੀਂ ਹੋਏ, ਪਰ ਉਹ ਯੂਕਰੇਨ ਨੂੰ ਹਥਿਆਰ ਜ਼ਰੂਰ ਦੇ ਰਹੇ ਨੇ। ਇਸ ਕਰਕੇ ਕਹਿੰਦੇ ਉਹਨਾਂ ਤੇ ਹਮਲਾ ਨਹੀਂ ਕਰਾਂਗੇ, ਇਹਦੀ ਅਸੀਂ ਕੋਈ ਗਰੰਟੀ ਨਹੀਂ ਦੇ ਸਕਦੇ। ਜਦਕਿ ਇੱਧਰ ਵਾਸ਼ਿੰਗਟਨ ਦੇ ਵਿੱਚ ਅਮਰੀਕੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਰੂਸ ਨੂੰ ਯੂਕਰੇਨ ਤੇ ਹਮਲੇ ਦੀ ਵੱਡੀ ਕੀਮਤ ਚੁਕਾਉਣੀ ਪਊ। ਉਹਨਾਂ ਯੂਕਰੇਨ ਦੀ ਪੂਰੀ ਮਦਦ ਦਾ ਵੀ ਐਲਾਨ ਕੀਤਾ। ਯੂਕਰੇਨੀ ਨਾਗਰਿਕਾਂ ਨੂੰ ਘਰ ਛੱਡ ਕੇ ਭੱਜ ਜਾਣ ਦੇ ਸੰਦੇਸ਼ ਤੋਂ ਬਾਅਦ ਖਬਰਾਂ ਮਿਲੀਆਂ ਨੇ ਕਿ ਰੂਸ ਨੇ ਮੰਗਲਵਾਰ ਦੀ ਰਾਤ ਤੋਂ ਰਾਜਧਾਨੀ ਖੀਵ, ਖਾਰਕੀਵ ਤੇ ਹੋਰ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਉੱਤੇ ਹਮਲੇ ਤੇਜ਼ ਕਰ ਦਿੱਤੇ ਹੈ।
ਪਤਾ ਲੱਗਿਆ ਕਿ 15 ਲੱਖ ਦੀ ਆਬਾਦੀ ਵਾਲੇ ਖਾਰਕਿਵ ਦੇ ਕੁਝ ਇਲਾਕਿਆਂ ਦੇ ਵਿੱਚ ਰੂਸੀ ਪੈਰਾਟਰੂਪਰ ਵੀ ਉਤਰ ਚੁੱਕੇ ਨੇ। ਉੱਥੇ ਉਹਨਾਂ ਨੇ ਯੂਕਰੇਨੀ ਫੌਜੀਆਂ ਦੇ ਨਾਲ ਆਮੋ ਸਾਹਮਣੇ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਭਾਵ ਹੁਣ ਪਹਿਲਾਂ ਹਵਾ ਦੇ ਵਿੱਚ ਲੜਾਈ ਹੋ ਰਹੀ ਸੀ, ਹੁਣ ਜ਼ਮੀਨ ਤੇ ਲੜਾਈ ਸ਼ੁਰੂ ਹੋ ਚੁੱਕੀ ਹੈ। ਬੀਤੇ ਕੁਝ ਘੰਟਿਆਂ ਦੇ ਵਿੱਚ ਖਾਰਕਿਵ ਦੇ ਵਿੱਚ 21 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਸੀ, 112 ਹੋਰਨਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਸੀ। ਮਾਰੀਪੋਲ ਸ਼ਹਿਰ ਦੇ ਵਿੱਚ ਵੀ ਲੜਾਈ ਤੇਜ਼ ਹੋ ਗਈ ਹੈ। ਕੀਵ ਦੇ ਵਿੱਚ ਮੰਗਲਵਾਰ ਦੀ ਰਾਤ ਯਹੂਦੀਆਂ ਦੇ ਬੇਬੀਨ ਯਾਰ ਹੋਲੋਕੋਸਟ ਮੈਮੋਰੀਅਲ ਦੇ ਨਜ਼ਦੀਕ ਇੱਕ ਟੀਵੀ ਟਾਵਰ ਸੀ, ਉਹਦੇ ਉੱਤੇ ਹਮਲਾ ਕੀਤਾ ਸੀ ਤੇ 5 ਲੋਕਾਂ ਦੀ ਉੱਥੇ ਮੌਤ ਹੋ ਗਈ ਸੀ। ਉਹਦੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਜ਼ੋਲੈਂਸਕੀ ਨੇ ਲੋਕਾਂ ਨੂੰ ਬਹਾਦਰੀ ਦੇ ਨਾਲ ਹਮਲਾ ਕਰਨ ਦਾ ਅਤੇ ਹਮਲੇ ਦਾ ਮੁਕਾਬਲਾ ਕਰਨ ਦਾ ਸੱਦਾ ਵੀ ਦਿੱਤਾ ਸੀ। ਹੁਣ ਪੱਛਮੀ ਮੁਲਕਾਂ ਦੇ ਜਿਹੜੇ ਰਣਨੀਤਿਕ ਮਾਹਰ ਨੇ, ਉਹਨਾਂ ਦਾ ਅਨੁਮਾਨ ਇਹ ਹੈ ਕਿ ਰੂਸ ਨੇ ਹੁਣ ਆਪਣੀ ਰਣਨੀਤੀ ਬਦਲਦੇ ਹੋਏ, ਪਹਿਲਾਂ ਤਾਂ ਉਹ ਆਰਮੀ ਦੇ ਜਿਹੜੇ ਟਿਕਾਣੇ ਸੀ ਉਹਨਾਂ ਤੇ ਹਮਲੇ ਕਰ ਰਿਹਾ ਸੀ, ਤੇ ਹੁਣ ਰਣਨੀਤੀ ਬਦਲੀ ਹੈ ਤੇ ਇਮਾਰਤਾਂ ਦੇ ਉੱਤੇ ਹਮਲੇ ਕਰਨ ਦਾ ਫੈਸਲਾ ਕਰ ਲਿਆ। ਭਾਵ ਨਾਗਰਿਕਾਂ ਦੀਆਂ ਵੱਧ ਜਾਨਾਂ ਜਾ ਸਕਦੀਆਂ ਨੇ, ਵੱਡੇ ਪੱਧਰ ਤੇ ਬਰਬਾਦੀ ਦੀਆਂ ਖਬਰਾਂ ਆਉਣ ਵਾਲੇ ਦਿਨਾਂ ਵਿੱਚ ਮਿਲ ਸਕਦੀਆਂ ਨੇ। ਰੂਸ ਦੀ ਰਣਨੀਤੀ ਦੇ ਵਿੱਚ ਇਹ ਬਦਲਾਅ ਯੂਕਰੇਨ ਦਾ ਸਖਤ ਜਿਹੜਾ ਵਿਰੋਧ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ, ਜਿਹੜਾ ਉਹਦੀ ਫੌਜ ਦਾ ਲਗਾਤਾਰ ਨੁਕਸਾਨ ਹੋ ਰਿਹਾ, ਉਹਦੇ ਤੋਂ ਬਾਅਦ ਲਿਆ ਗਿਆ। ਰੂਸ ਦੇ ਰੱਖਿਆ ਮੰਤਰੀ ਸਰਗਈ ਸ਼ੋਇਗੂ ਨੇ ਕਿਹਾ ਹੈ ਕਿ ਯੂਕਰੇਨ ਦੇ ਵਿੱਚ ਟੀਚਾ ਹਾਸਲ ਹੋਣ ਤੱਕ ਹਮਲੇ ਜਾਰੀ ਰਹਿਣਗੇ। ਪਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਯੂਕਰੇਨ ਨੂੰ ਪੱਬਾਂ ਭਾਰ ਗਏ ਸੀ ਹੋ ਕੇ ਜਿੱਤਣ ਦੇ ਵਾਸਤੇ, ਕਦੋਂ ਤੱਕ ਤੁਸੀਂ ਯੂਕਰੇਨ ਨੂੰ ਗੋਡਿਆਂ ਭਾਰ ਕਰ ਲਓਗੇ। ਉਹ ਕਹਿੰਦੇ ਹਾਲੇ ਸਮਾਂ ਕੁਝ ਨਹੀਂ ਦੱਸਿਆ ਜਾ ਸਕਦਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੰਗ, ਇਹ ਯੁੱਧ ਤੇਜ਼ ਜ਼ਰੂਰ ਹੋ ਜੂ। ਤੇ ਨਾਲ ਹੀ ਰੂਸ ਦੀ ਫੌਜ ਲਗਾਤਾਰ ਚੜ੍ਹਾਈ ਕਰਦੀ ਜਾ ਰਹੀ ਹੈ। ਰੂਸੀ ਜਹਾਜ਼ਾਂ ਦੀ ਹਵਾਈ ਹੱਦ ਵਿੱਚ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਬਹੁਤ ਸਾਰੇ ਮੁਲਕਾਂ ਨੇ, ਹੁਣ ਅਮਰੀਕਾ ਨੇ ਵੀ ਲਗਾ ਦਿੱਤੀ ਹੈ। ਹੁਣ ਇਸੇ ਮਸਲੇ ਦੇ ਵਿੱਚ ਜਨੀਵਾ ਦੇ ਵਿੱਚ ਪਰਮਾਣੂ ਨਿਰਸ਼ਸਤਰੀਕਰਨ 'ਚ ਬੈਠਕ ਹੋਣੀ ਸੀ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਜਾਣਾ ਸੀ, ਪਰ ਉਹ ਵੀਡੀਓ ਲਿੰਕ ਦੇ ਜ਼ਰੀਏ ਸ਼ਾਮਲ ਹੋਏ ਕਿਉਂਕਿ ਉਹ ਉਡਾਣ ਭਰ ਨਹੀਂ ਸੀ ਸਕਦੇ। ਉੱਥੇ ਉਹਨਾਂ ਨੇ ਇੱਕ ਗੱਲ ਜ਼ਰੂਰ ਆਖੀ ਕਿ ਯੂਕਰੇਨ ਦੇ ਕੋਲ ਜਦੋਂ ਉਹ ਸੋਵੀਅਤ ਸੰਘ ਦਾ ਮੈਂਬਰ ਸੀ, ਉਸ ਵਕਤ ਦੀ ਪਰਮਾਣੂ ਹਥਿਆਰ ਬਣਾਉਣ ਦੀ ਟੈਕਨੋਲੋਜੀ ਹੈ ਉਹਦੇ ਕੋਲੇ, ਇਸ ਕਰਕੇ ਯੂਕਰੇਨ ਪਰਮਾਣੂ ਹਥਿਆਰ ਬਣਾ ਸਕਦਾ ਹੈ। ਪਰ ਲਾਵਰੋਵ ਨੇ ਇਹ ਕਿਹਾ ਕਿ ਅਸੀਂ ਰੂਸ ਵਾਲੇ ਯੂਕਰੇਨ ਨੂੰ ਪਰਮਾਣੂ ਹਥਿਆਰ ਬਣਾਉਣ ਨਹੀਂ ਦੇਵਾਂਗੇ। ਦੱਸਣਾ ਬਣਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਕੋਲ ਮਾਰੂ ਤੇ ਪਰਮਾਣੂ ਹਥਿਆਰ ਨੇ ਤਾਂ ਉਹ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਸਾਂਭਣ ਵਾਲਾ ਮੁਲਕ ਹੈ ਰੂਸ। ਉਹਨੇ ਹਮਲਾ ਕੀਤਾ ਯੂਕਰੇਨ ਤੇ। ਤਕਨੀਕ ਉਹ ਕਹਿੰਦਾ ਯੂਕਰੇਨ ਕੋਲ ਹੈ, ਪਰ ਅਸੀਂ ਉਹਨੂੰ ਹਥਿਆਰ ਪਰਮਾਣੂ ਬਣਾਉਣ ਨਹੀਂ ਦੇਵਾਂਗੇ। ਪਰ ਮੈਂ ਇਹ ਦੱਸਦਾ ਕਿ ਲਾਵਰੋਵ ਨੇ ਜਿਉਂ ਹੀ ਭਾਸ਼ਣ ਦੇਣਾ ਸ਼ੁਰੂ ਕੀਤਾ, ਭਾਵੇਂ ਵੀਡੀਓ ਲਿੰਕ ਦੇ ਜ਼ਰੀਏ ਦੇ ਰਹੇ ਸੀ, ਉਸੇ ਵੇਲੇ ਹਾਲ ਦੇ ਵਿੱਚ ਮੌਜੂਦ ਵੱਖੋ-ਵੱਖ ਮੁਲਕਾਂ ਦੇ 100 ਤੋਂ ਜ਼ਿਆਦਾ ਡਿਪਲੋਮੈਟ ਸੀ ਜਿਹੜੇ ਉਹਨਾਂ ਨੇ ਰੂਸ ਦਾ ਵਿਰੋਧ ਪ੍ਰਗਟਾਇਆ, ਆਪਣੀਆਂ ਕੁਰਸੀਆਂ ਛੱਡੀਆਂ ਅਤੇ ਹਾਲ ਤੋਂ ਬਾਹਰ ਚਲੇ ਗਏ। ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਆਖਿਆ ਕਿ ਰੂਸੀ ਹਮਲੇ ਨਾਲ 2000 ਤੋਂ ਜ਼ਿਆਦਾ ਨਾਗਰਿਕ ਮਾਰੇ ਜਾ ਚੁੱਕੇ ਨੇ। ਇਹਦੇ ਤੋਂ ਇਲਾਵਾ ਵੱਡੀ ਪੱਧਰ ਤੇ ਆਵਾਜਾਈ ਦੀਆਂ ਸਹੂਲਤਾਂ, ਹਸਪਤਾਲ, ਸਕੂਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਰੂਸੀ ਹਮਲਿਆਂ 'ਚ ਬੱਚੇ ਵੀ, ਔਰਤਾਂ ਵੀ ਅਤੇ ਫੌਜੀ ਵੀ, ਉਹ ਕਹਿੰਦੇ ਹਰ ਘੰਟੇ ਮਾਰੇ ਜਾ ਰਹੇ ਨੇ। ਰੂਸੀ ਹਮਲੇ ਤੋਂ ਬਾਅਦ ਕਰੀਬ 7 ਲੱਖ ਲੋਕਾਂ ਦਾ ਯੂਕਰੇਨ ਤੋਂ ਹਿਜਰਤ ਹੋਇਆ ਦੱਸਿਆ ਜਾ ਰਿਹਾ ਹੈ ਕਿ 7 ਲੱਖ ਲੋਕ ਆਪਣੇ ਘਰਾਂ ਨੂੰ ਛੱਡ ਚੁੱਕੇ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਵੱਧ ਸਕਦਾ ਹੈ। ਇਹ ਵੀ ਖਬਰਾਂ ਨੇ ਕਿ ਸਭ ਤੋਂ ਵੱਧ ਲੋਕ, 4.5 ਲੱਖ ਲੋਕ ਗੁਆਂਢੀ ਮੁਲਕ ਪੋਲੈਂਡ ਵਿੱਚ ਪਹੁੰਚ ਚੁੱਕੇ ਹੈ। ਹੁਣ ਤੁਸੀਂ ਹਿਸਾਬ ਲਾਓ ਕਿ ਕਿਵੇਂ ਤੀਲੇ ਚੁਣ ਕੇ ਜੋੜ ਕੇ ਘਰ ਬਣਾਇਆ ਹੋਣਾ ਤੇ ਆਪੋ ਆਪਣੇ ਘਰ ਛੱਡ ਕੇ ਉਹ ਗੁਆਂਢੀ ਮੁਲਕਾਂ ਵੱਲ ਜਾ ਰਹੇ ਨੇ। ਇਹਨਾਂ ਵਿੱਚ ਬਹੁਤੇ ਬਜ਼ੁਰਗ ਨੇ, ਬੱਚੇ ਅਤੇ ਮਹਿਲਾਵਾਂ ਨੇ, ਕਿਉਂਕਿ 18 ਤੋਂ ਲੈ ਕੇ 60 ਵਰ੍ਹਿਆਂ ਦੇ ਜਿਹੜੇ ਨੌਜਵਾਨਾਂ ਤੋਂ ਲੈ ਕੇ ਅੱਧ ਖੜ ਉਮਰ ਤੱਕ ਦੇ ਲੋਕ ਨੇ, ਉਹਨਾਂ ਦੇ ਯੂਕਰੇਨ ਛੱਡਣ ਦੇ ਉੱਤੇ ਪਾਬੰਦੀ ਦਾ ਐਲਾਨ ਕੀਤਾ ਹੋਇਆ ਹੈ। ਪਰ ਪੰਜਾਬ ਦੇ ਲੋਕਾਂ ਦਾ ਸਾਹ ਸੁੱਕ ਗਿਆ ਹੈ। ਯੁੱਧ ਚੱਲ ਰਿਹਾ ਹੈ, ਦਿਨ ਪ੍ਰਤੀ ਦਿਨ ਤੇਜ਼ ਹੋ ਰਿਹਾ ਹੈ। ਪੰਜਾਬ ਦੇ ਤੇ ਭਾਰਤ ਦੇ ਵਿਦਿਆਰਥੀਆਂ ਨੂੰ ਸਰਕਾਰ ਤਾਂ ਆਖ ਰਹੀ ਹੈ ਕਿ ਅਸੀਂ ਸੁਰੱਖਿਅਤ ਮੁਲਕ ਵਿੱਚ ਲੈ ਕੇ ਆਵਾਂਗੇ, ਪਰ ਸਭ ਤੋਂ ਵੱਡਾ ਅੜਿੱਕਾ ਬਣਿਆ ਹੋਇਆ ਇਸ ਵਕਤ ਕਿ ਉਹਨਾਂ ਵਿਦਿਆਰਥੀਆਂ ਨਾਲ ਇਸ ਵਕਤ ਸੰਪਰਕ ਨਹੀਂ ਹੋ ਰਿਹਾ ਤੇ 300 ਤੋਂ ਵੱਧ ਇਸ ਤਰ੍ਹਾਂ ਦੇ ਵਿਦਿਆਰਥੀ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਤੇ ਇਸ ਵਕਤ ਨਾ ਪਰਿਵਾਰਾਂ ਦਾ ਨਾ ਸਰਕਾਰਾਂ ਦਾ ਇਹਨਾਂ 300 ਵਿਅਕਤੀਆਂ ਦੇ ਨਾਲ, 300 ਬੱਚਿਆਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਇਹਨਾਂ ਵਿੱਚੋਂ ਕਈਆਂ ਦੇ ਫੋਨ ਬੰਦ ਆ ਰਹੇ ਨੇ, ਕਈਆਂ ਦੇ ਹੋ ਸਕਦਾ ਫੋਨ ਕਿਤੇ ਰਹਿ ਗਏ ਹੋਣ ਅਤੇ ਹੋ ਸਕਦਾ ਕਈਆਂ ਦੇ ਫੋਨ ਨੰਬਰ ਬਦਲ ਵੀ ਗਏ ਹੋਣ। ਪਰ ਰਾਹਤ ਵਾਲੀ ਗੱਲ ਇਹ ਵੀ ਹੈ
ਕਿ 40 ਤੋਂ ਵੱਧ ਵਿਦਿਆਰਥੀ ਤੇ ਵਿਦਿਆਰਥਣਾਂ ਯੂਕਰੇਨ ਦੇ ਨਾਲ ਲੱਗਦੇ ਮੁਲਕਾਂ ਦੀਆਂ ਸਰਹੱਦਾਂ ਤੇ ਸੁਰੱਖਿਅਤ ਪਹੁੰਚੀਆਂ ਨੇ, ਜਦਕਿ 204 ਵਿਦਿਆਰਥੀ ਸੁਰੱਖਿਅਤ ਪੰਜਾਬ 'ਚ ਵੀ ਪਹੁੰਚ ਚੁੱਕੇ ਆ। ਪੰਜਾਬ ਸਰਕਾਰ ਦੇ ਵੱਲੋਂ ਲਗਾਏ ਗਏ ਨੋਡਲ ਅਧਿਕਾਰੀ ADGP MF ਫਾਰੂਕੀ ਨੇ ਦੱਸਿਆ ਕਿ ਹਾਲੇ ਤੱਕ 1025 ਵਿਦਿਆਰਥੀ ਤੇ ਵਿਦਿਆਰਥਣਾਂ ਦੇ ਅੰਕੜੇ ਇਕੱਠੇ ਕੀਤੇ ਗਏ ਹੈ ਜੋ ਕਿ ਯੁੱਧ ਦੇ ਕਾਰਨ ਪੰਜਾਬ ਨਾਲ ਸੰਬੰਧਿਤ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਕਈ ਵਿਦਿਆਰਥੀ ਤਾਂ ਖਾਰਕਿਵ ਦੇ ਮੈਟਰੋ ਸਟੇਸ਼ਨ ਦੇ ਵਿੱਚ ਸ਼ਰਨ ਲੈ ਕੇ ਬੈਠੇ ਹੈ। ਦੱਸਿਆ ਜਾ ਰਿਹਾ ਕਿ 2 ਵਿਦਿਆਰਥੀ ਹਾਲੇ ਵੀ ਕੀਵ ਦੇ ਵਿੱਚ ਫਸੇ ਹੋਏ ਨੇ। ADGP ਨੇ ਦੱਸਿਆ ਕਿ ਕਈ ਵਿਦਿਆਰਥੀ ਤੇ ਵਿਦਿਆਰਥਣਾਂ ਦੇ ਨਾਲ ਇਸ ਵਕਤ ਸੰਪਰਕ ਨਹੀਂ ਹੋ ਰਿਹਾ, ਉਹਨਾਂ ਦੇ ਫੋਨ ਬੰਦ ਆ ਰਹੇ ਨੇ। ਕਾਰਨ ਕੋਈ ਵੀ ਹੋ ਸਕਦਾ ਹੈ, ਕਈਆਂ ਦੇ ਫੋਨ ਲੱਗ ਨਹੀਂ ਰਹੇ ਤੇ ਇਹਦਾ ਕਾਰਨ ਇੱਕ ਹੋਰ ਵੀ ਹੈ ਕਿ ਉਹਨਾਂ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ। ਉਹਨਾਂ ਦੱਸਿਆ ਕਿ 204 ਵਿਦਿਆਰਥੀ ਤਾਂ ਅਸੀਂ ਸੁਰੱਖਿਅਤ ਪੰਜਾਬ ਦੇ ਵਿੱਚ ਵਾਪਸ ਲਿਆ ਚੁੱਕੇ ਹਾਂ। 2 ਵਿਦਿਆਰਥੀ ਜਿਹੜੇ ਕੀਵ ਦੇ ਵਿੱਚ ਫਸੇ ਹੋਏ ਨੇ, ਉਹਨਾਂ ਬਾਬਤ ਪਤਾ ਨਹੀਂ ਕਿ ਉਹ ਕਿਹੜੇ ਹਾਲ ਵਿੱਚ ਨੇ, ਕਿਹੜੀ ਸਥਿਤੀ ਵਿੱਚ ਨੇ। ਤੇ ਨਾਲ ਇਹ ਵੀ ਪਤਾ ਲੱਗਿਆ ਕਿ ਕੁਝ ਇੱਕ ਵਿਦਿਆਰਥੀ ਉਹ ਵੀ ਨੇ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪੋਲੈਂਡ ਦੇ ਵਿੱਚ ਪਹੁੰਚ ਚੁੱਕੇ ਨੇ। ਤੇ ਇਹਨਾਂ ਦੇ ਵਿੱਚੋਂ ਇੱਕ ਗੱਲ ਹੋਰ ਵੀ ਉਹਨਾਂ ਨੇ ਦੱਸੀ ਹੈ ਕਿ ਕੁਝ ਮਾਪੇ ਉਹਨਾਂ ਦੇ ਬੱਚੇ ਕਿੱਥੇ ਨੇ ਇਸ ਵਕਤ, ਪ੍ਰੈਜ਼ੈਂਟ ਲੋਕੇਸ਼ਨ ਉਹਨਾਂ ਦੀ ਕਿਹੜੀ ਹੈ, ਉਹ ਸ਼ੇਅਰ ਨਹੀਂ ਕਰ ਰਹੇ। ਸ਼ਾਇਦ ਹੋ ਸਕਦਾ ਕਿ ਮਾਪਿਆਂ ਨੂੰ ਵੀ ਇਸ ਵਕਤ ਪਤਾ ਨਾ ਹੋਵੇ ਕਿ ਉਹ ਸ਼ਹਿਰ ਛੱਡ ਕੇ ਤੇ ਜਾ ਕਿੱਥੇ ਚੁੱਕੇ ਹੈ। ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਕੇਂਦਰ ਸਰਕਾਰ ਦਾ ਆਪਰੇਸ਼ਨ ਗੰਗਾ ਚੱਲ ਰਿਹਾ ਹੈ। ਪੰਜਾਬ ਸਰਕਾਰ ਦੇ ਜਿਹੜੇ ਤਾਜ਼ਾ ਅੰਕੜੇ ਤਿਆਰ ਕੀਤੇ ਗਏ ਨੇ, ਉਹਨਾਂ ਦੇ ਅਨੁਸਾਰ 1 ਦਰਜਨ ਤੋਂ ਵੱਧ ਇਸ ਤਰ੍ਹਾਂ ਦੇ ਵਿਅਕਤੀ ਨੇ, ਵਿਦਿਆਰਥੀ ਨੇ, ਜੋ ਵੱਖ-ਵੱਖ ਸਰਹੱਦਾਂ ਵੱਲ ਤੁਰ ਕੇ ਵਧ ਰਹੇ ਨੇ। ਮਾਨਸਾ ਦੀ ਮੀਨੂ ਕੌਰ, ਲੁਧਿਆਣੇ ਦੀ ਨੰਦਨੀ ਟੰਡਨ ਸਮੇਤ ਅੱਧਾ ਦਰਜਨ ਇਸ ਤਰ੍ਹਾਂ ਦੇ ਵਿਦਿਆਰਥੀ ਨੇ ਜੋ ਆਪਣੀਆਂ ਯੂਨੀਵਰਸਿਟੀਆਂ ਤੇ ਹੋਸਟਲਾਂ ਦੇ ਵਿੱਚ ਫਸੇ ਹੋਏ ਨੇ। ਇਹ ਲਗਾਤਾਰ ਆਪਣੇ ਪਰਿਵਾਰਾਂ ਦੇ ਪਰ ਸੰਪਰਕ ਵਿੱਚ ਨੇ, ਪਰ ਕੁਝ ਇੱਕ ਵਿਦਿਆਰਥੀ ਖਾਰਕੀਵ ਦੇ ਵਿੱਚ ਵੀ ਫਸੇ ਹੋਏ ਨੇ। ਪਰ ਕੀਵ ਦੇ ਵਿੱਚੋਂ ਭਾਰਤ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਸਭ ਨਾਗਰਿਕ ਨਿਕਲ ਚੁੱਕੇ ਨੇ। ਖਾਰਕੀਵ ਦੇ ਵਿੱਚੋਂ ਉਹਨਾਂ ਨੂੰ ਨਿਕਲਣ ਵਾਸਤੇ ਐਡਵਾਈਜ਼ਰੀ ਸ਼ੁਰੂ ਕਰ ਦਿੱਤੀ ਹੈ। ਪਰ ਜਿਹੜੇ ਆ ਨੇ ਜਿਨ੍ਹਾਂ ਦਾ ਘੱਟੋ ਘੱਟ 300 ਦੀ ਗਿਣਤੀ ਦੱਸੀ ਜਾ ਰਹੀ ਹੈ, ਸੰਪਰਕ ਨਹੀਂ ਹੋ ਰਿਹਾ ਨਾ ਸਰਕਾਰ ਨਾਲ ਨਾ ਪਰਿਵਾਰਾਂ ਨਾਲ। ਹੁਣ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੀ ਸਥਿਤੀ ਕੀ ਹੋਣੀ ਹੈ। ਉਹ ਪਲ ਪਲ ਮਰ ਰਹੇ ਨੇ। ਔਰ ਜਿਹੜੇ ਵਿਦਿਆਰਥੀ ਉੱਥੋਂ ਆ ਰਹੇ ਨੇ, ਭਾਵੇਂ ਉਹ ਆਪੋ ਆਪਣੇ ਘਰਾਂ ਦੇ ਵਿੱਚ ਪੁੱਜ ਚੁੱਕੇ ਨੇ, ਪਰ ਉੱਥੋਂ ਦੀ ਸਥਿਤੀ ਸੱਚਮੁੱਚ ਡਰਾਉਣੀ ਦੱਸ ਰਹੇ ਨੇ। ਉਸ ਸਥਿਤੀ ਬਾਬਤ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਹੁਣ ਆਹ ਸਾਰੀਆਂ ਖਬਰਾਂ ਜਿਉਂ-ਜਿਉਂ ਮਿਲ ਰਹੀਆਂ ਨੇ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਭਾਰਤ ਖੁੰਝਿਆ। ਭਾਰਤ ਨੇ ਮਾਰ ਖਾਧੀ ਹੈ। ਉਹ ਮਾਰ ਕਿੱਥੇ-ਕਿੱਥੇ, ਕਿਵੇਂ-ਕਿਵੇਂ ਖਾਧੀ ਹੈ, ਉਹ ਮੈਂ ਤੁਹਾਡੇ ਨਾਲ ਵਿਸਥਾਰ ਸਹਿਤ ਵਿਚਾਰਨੀ ਚਾਹੁੰਦਾ, ਕਿਉਂਕਿ ਰੂਸ ਤੇ ਯੂਕਰੇਨ ਦੀ ਜੰਗ ਤਾਂ ਚੱਲ ਰਹੀ ਹੈ, ਵੱਧ ਵੀ ਸਿਖਰ ਵੱਲ ਨੂੰ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੋਲੈਂਸਕੀ ਦੀ ਇਸ ਵਕਤ ਹਰਮਨ ਪਿਆਰਤਾ ਦੁਨੀਆ ਭਰ 'ਚ ਵੱਧ ਰਹੀ ਹੈ, ਪਰ ਦੂਸਰੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ, ਉਹਨਾਂ ਦੀ ਚੁੱਪ ਦੁਨੀਆ ਨੂੰ ਹੈਰਾਨ ਕਰ ਰਹੀ ਹੈ। ਇਹਦਾ ਕਾਰਨ ਕੀ ਹੈ ਕਿ ਜਦੋਂ ਰੂਸ ਯੂਕਰੇਨ ਜੰਗ ਸ਼ੁਰੂ ਨਹੀਂ ਸੀ ਹੋਇਆ ਤਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੋਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਖਿਆ ਕਿ ਰੂਸ ਦੇ ਨਾਲ ਗੱਲ ਕਰ ਲਓ, ਉਹ ਸਾਡੇ ਉੱਤੇ ਵੱਧ ਰਿਹਾ ਹੈ, ਸਾਡੇ ਉੱਤੇ ਚੜ੍ਹਾਈ ਕਰ ਰਿਹਾ ਹੈ, ਉਹਨੂੰ ਪਿੱਛੇ ਹਟਣ ਦੀ ਬੇਨਤੀ ਕਰ ਦਿਓ। ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਰੂਸ ਨਾ ਵੀ ਮੰਨਦਾ, ਪੁਤਨ ਨਾ ਵੀ ਮੰਨਦਾ, ਪਰ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਆਪਣਾ ਕੱਦ ਵੱਡਾ ਕਰਨ ਦਾ, ਭਾਰਤ ਦਾ ਇੱਕ ਚਿਹਰਾ ਮੋਹਰਾ ਹੋਰ ਅਕਸ ਸੁਧਾਰਨ ਦਾ ਮੌਕਾ ਸੀ, ਔਰ ਮੌਕਾ ਵੀ ਵੱਡਾ ਸੀ। ਉਹਦਾ ਕਾਰਨ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਮੁਲਕ ਭਾਰਤ, ਉਸ ਲੋਕਤੰਤਰਿਕ ਮੁਲਕ ਦਾ ਮੁਖੀ ਨਰਿੰਦਰ ਦਮੋਦਰ ਦਾਸ ਮੋਦੀ, ਦੁਨੀਆ ਦੀ ਜੇਕਰ ਸਭ ਤੋਂ ਵੱਡੀ ਮਨੁੱਖੀ ਫੌਜ ਤਾਂ ਉਹਦੇ ਪ੍ਰਧਾਨ ਸੈਨਾਪਤੀ ਮੋਦੀ। ਤੇ ਦੂਸਰੇ ਪਾਸੇ ਭਾਰਤ ਦਾ ਪੁਰਾਣਾ ਨਾਤਾ ਵੀ ਹੈ, ਰਿਸ਼ਤਾ ਵੀ ਹੈ ਰੂਸ ਦੇ ਨਾਲ। ਉਹ ਗੱਲ ਭਾਵੇਂ ਮੰਨਦੇ ਭਾਵੇਂ ਨਾ ਮੰਨਦੇ, ਪਰ ਪ੍ਰਧਾਨ ਮੰਤਰੀ ਮੋਦੀ ਦੇ ਆਖਣ ਤੇ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ। ਸ਼ਾਇਦ ਜ਼ੋਲੈਂਸਕੀ ਨੇ ਵੀ ਇਹੀ ਸੋਚ ਕੇ ਭਾਰਤ ਉੱਤੇ ਆਸ ਲਗਾਈ ਹੋਣੀ ਹੈ, ਭਾਰਤ ਨੂੰ ਬੇਨਤੀ ਕੀਤੀ ਹੋਣੀ ਹੈ ਕਿ ਜੰਗ ਦੀ ਥਾਂ ਤੇ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਹੁਣ ਜੇਕਰ ਯੂਕਰੇਨ ਦੇ ਰਾਸ਼ਟਰਪਤੀ ਜ਼ੋਲੈਂਸਕੀ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਮੰਨ ਲੈਂਦੇ ਤਾਂ ਪ੍ਰਧਾਨ ਮੰਤਰੀ ਦਾ ਕੱਦ ਮੈਨੂੰ ਲੱਗਦਾ ਕਈ 100 ਗੁਣਾ ਉੱਚਾ ਹੋ ਸਕਦਾ ਸੀ। ਸ਼ਾਇਦ ਯੂਪੀ ਦੀਆਂ ਚੋਣਾਂ ਜਿਹੜੀਆਂ ਉਹਨਾਂ ਨੂੰ ਸਭ ਤੋਂ ਪਿਆਰੀਆਂ ਲੱਗਦੀਆਂ ਸੀ, ਯੂਪੀ ਦੀਆਂ ਚੋਣਾਂ ਦੀ ਪ੍ਰਾਪਤੀ ਦੇ ਮੁਕਾਬਲੇ ਆਹ ਪ੍ਰਾਪਤੀ ਬਹੁਤ ਵੱਡੀ ਹੋਣੀ ਸੀ, ਉਹ ਚੋਣਾਂ ਦੀ ਪ੍ਰਾਪਤੀ ਤੁੱਛ ਹੋਣੀ ਸੀ।
ਪਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਕਤ। ਭਾਰਤੀ ਵਿਦਿਆਰਥੀਆਂ ਨੂੰ ਇਸ ਵਕਤ ਉੱਥੇ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਇਹਨੂੰ ਰੂਸ ਦਾ ਅੜੀਅਲ ਰਵੱਈਆ ਕਹੀਏ, ਜਾਂ ਰੂਸ ਮੁੜ ਇੱਕ ਵਾਰੀ ਫਿਰ ਦੁਨਿਆਵੀ ਤਾਕਤ ਹੱਥੇ ਆਉਣੀ ਚਾਹੁੰਦਾ ਉਹ ਕਹੀਏ, ਜਾਂ ਆਰਥਿਕ ਮੁਨਾਫੇ ਦੀ ਗੱਲ ਕਹੀਏ, ਕਬਜ਼ੇ ਦੀ ਭੁੱਖ ਕਹੀਏ, ਗੱਲ ਕੋਈ ਵੀ ਹੋਵੇ, ਪਰ ਇਹਨਾਂ ਸਾਰਿਆਂ ਤੋਂ ਇਸ ਨੂੰ ਵੱਖ ਕਰਕੇ ਸਮਝਣ ਦੀ ਜ਼ਰੂਰਤ ਹੈ। ਇੱਕ ਰੂਸ ਭਾਵੇਂ ਭਾਰਤ ਦੇ ਕਹਿਣ ਤੇ ਜੰਗ ਨਾ ਵੀ ਲਾਉਣੋਂ ਟਲਦਾ, ਉਹ ਲਾ ਵੀ ਲੈਂਦਾ, ਆਪਣੇ ਇਰਾਦੇ ਤੇ ਡਟਿਆ ਵੀ ਰਹਿੰਦਾ, ਪਰ ਭਾਰਤ ਦਾ ਇਹ ਯਤਨ ਸ਼ਾਇਦ ਜਿਹੜੀ ਅੱਜ ਤਸਵੀਰ ਸਾਡੇ ਸਾਹਮਣੇ ਹੈ ਇਹ ਬਦਲੀ ਮਹਿਸੂਸ ਹੁੰਦੀ। ਹੁਣ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 20,000 ਦੱਸੀ ਜਾਂਦੀ ਸੀ, ਯੂਕਰੇਨ ਦੇ ਵਿੱਚ ਪੜ੍ਹਨ ਵਾਸਤੇ ਗਏ ਸੀ, ਕੁਝ ਕੰਮਕਾਜ ਵਾਸਤੇ ਵੀ ਗਏ ਹੋਏ ਨੇ। ਸ਼ਾਇਦ ਅੱਜ ਉਹਨਾਂ ਨੂੰ ਤਾਨਿਆਂ ਦਾ, ਮਿਹਣਿਆਂ ਦਾ, ਗੁੱਸੇ ਦਾ ਸ਼ਿਕਾਰ ਨਾ ਹੋਣਾ ਪੈਂਦਾ, ਉਹਨਾਂ ਨੂੰ ਸ਼ਾਇਦ ਇੱਕ ਝਰੀਟ ਤੱਕ ਨਾ ਆਉਂਦੀ, ਕਿਉਂਕਿ ਯੂਕਰੇਨੀਅਨ ਲੋਕਾਂ ਨੇ ਮਹਿਸੂਸ ਕਰਨਾ ਸੀ ਕਿ ਨਹੀਂ ਬਈ ਰੂਸ ਮੰਨਿਆ ਨਹੀਂ, ਰੂਸ ਅੜੀਅਲ ਵਤੀਰੇ ਤੇ ਡਟਿਆ ਰਿਹਾ। ਪਰ ਭਾਰਤੀ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਤਾਂ ਆਪਣੀ ਵਾਹ ਲਾਈ। ਹੁਣ ਯੂਕਰੇਨ ਦੇ ਵਿੱਚ ਜਿਹੜੇ ਵਿਦਿਆਰਥੀ ਪਰਤ ਰਹੇ ਨੇ ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਜਦੋਂ ਉਹ ਰੇਲਵੇ ਸਟੇਸ਼ਨ ਤੇ ਰੇਲ ਦੇ ਚੜ੍ਹਨਾ ਚਾਹੁੰਦੇ ਹੈ ਤੇ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਜਾ ਰਿਹਾ। ਉਹ ਕਹਿੰਦੇ ਨਾ, ਪਹਿਲਾਂ ਰੇਲ ਦੇ ਵਿੱਚ ਯੂਕਰੇਨੀਅਨ ਚੜ੍ਹਨਗੇ, ਖੜੋ ਇੱਥੇ ਹੀ, ਤੁਸੀਂ ਸਾਡਾ ਸਾਥ ਨਹੀਂ ਦਿੱਤਾ, ਅਸੀਂ ਤੁਹਾਨੂੰ ਨਹੀਂ ਲੈ ਕੇ ਜਾਣਾ। ਉਹਨਾਂ ਨੂੰ ਭੱਦੇ ਕਮੈਂਟਸ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਵਿੱਚੋਂ ਬਹੁਤੇ ਨੇ ਜਿਹੜੇ ਸਰਹੱਦਾਂ ਵੱਲ ਪੈਦਲ ਤੁਰ ਰਹੇ ਨੇ, ਉਹਨਾਂ ਨੂੰ ਤਾਨੇ ਮਿਹਣੇ, ਗਾਲੀ ਗਲੋਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕਰੇਨ ਦੇ ਵਿੱਚ ਫਸੇ ਹੋਏ ਜਿਹੜੇ ਲੋਕ ਨੇ, ਬੱਚੇ ਨੇ, ਮੁਟਿਆਰਾਂ ਨੇ, ਨੌਜਵਾਨ ਨੇ, ਜਾਂ ਕੁਝ ਆਮ ਲੋਕ ਨੇ। ਹੁਣ ਤੁਸੀਂ ਦੇਖੋ ਕਿ ਵੋਟ ਪਾਈ ਸਰਕਾਰ ਨੇ, ਭਾਵੇਂ ਉਹ ਚੁੱਪ ਰਹੇ, ਭਾਵੇਂ ਗੈਰ ਹਾਜ਼ਰ ਰਹੇ, ਪਰ ਇਸ ਵਤੀਰੇ ਦਾ, ਇਸ ਗੁੱਸੇ ਦਾ ਸਾਹਮਣਾ, ਇਸ ਗੁੱਜੀ ਮਾਰ ਦਾ ਸਾਹਮਣਾ ਕੌਣ ਕਰ ਰਿਹਾ ਹੈ? ਉੱਥੇ ਗਏ ਹੋਏ ਭਾਰਤੀ ਵਿਦਿਆਰਥੀ ਕਰ ਰਹੇ ਨੇ। ਖਬਰਾਂ ਨੇ ਕਿ ਪੋਲੈਂਡ ਦੇ ਵਿੱਚ ਪਹੁੰਚੇ ਵਿਦਿਆਰਥੀਆਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਅਤੇ ਮੰਦਿਰ ਦੇ ਵਿੱਚ ਉਹਨਾਂ ਨੂੰ ਢੋਈ ਦਿੱਤੀ ਜਾ ਰਹੀ ਹੈ, ਖਾਣਾ ਦਿੱਤਾ ਜਾ ਰਿਹਾ ਹੈ, ਸਹਾਰਾ ਦਿੱਤਾ ਜਾ ਰਿਹਾ ਹੈ। ਪਰ ਰੂਸ ਸਰਕਾਰ ਦੇ ਵੱਲੋਂ ਜਿਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਵੀ ਮਾਰਿਆ ਕਿ ਉਹ ਨਾਰਾਜ਼ ਨਾ ਹੋ ਜਾਏ, ਜਿਹਦੇ ਕਰਕੇ ਅਸੀਂ ਯੂਕਰੇਨ ਦੀ ਗੱਲ ਵੀ ਨਾ ਮੰਨੀ, ਕਿ ਉਹ ਭਾਰਤੀ ਵਿਦਿਆਰਥੀਆਂ ਦੀ ਇਸ ਵਕਤ ਕੋਈ ਮਦਦ ਕਰ ਰਿਹਾ ਹੈ, ਕੋਈ ਹਮਦਰਦੀ ਦਿਖਾ ਰਿਹਾ ਹੈ? ਬਿਲਕੁਲ ਨਹੀਂ, ਕਿਉਂਕਿ ਬੀਤੇ ਦਿਨੀ ਨਵੀਨ ਦੀ ਜਿਹੜੀ ਮੌਤ ਹੋਈ ਸੀ, ਕਰਨਾਟਕਾ ਨਾਲ ਸੰਬੰਧਿਤ ਸੀ, ਉਹ ਵੀ ਤਾਂ ਰੂਸੀ ਫੌਜ ਦੀ ਗੋਲੀ ਦਾ ਸ਼ਿਕਾਰ ਹੋਇਆ। ਸ਼ਾਇਦ ਇਹ ਵੀ ਹੈ ਕਿ ਅੱਜ ਦੋ ਗੁਆਂਢੀ ਪਰਮਾਣੂ ਸ਼ਕਤੀਆਂ ਨੇ ਭਾਰਤ ਦੇ ਆਸੇ-ਪਾਸੇ, ਇੱਕ ਚੀਨ ਤੇ ਇੱਕ ਪਾਕਿਸਤਾਨ। ਇਮਰਾਨ ਖਾਨ ਆ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਵਿੱਚ ਗਏ, ਸਾਫ਼ ਕਰ ਆਏ ਭਾਈ ਅਸੀਂ ਤੇਰੇ ਨਾਲ ਖੜੇ ਹਾਂ। ਹੁਣ ਇੱਕ ਪਾਸੇ ਚੀਨ ਹੈ, ਉਹਦੀ ਵੀ ਹਮਦਰਦੀ ਰੂਸ ਦੇ ਨਾਲ ਹੈ। ਭਾਰਤ ਪਰ ਇਕੱਲਾ ਖੜਾ ਨਜ਼ਰ ਆ ਰਿਹਾ ਹੈ। ਭਾਰਤ ਨੇ ਕਰੋਨਾ ਕਾਲ ਵਕਤ ਭਾਵੇਂ ਨੇਪਾਲ ਦੀ, ਬੰਗਲਾਦੇਸ਼ ਦੀ, ਸ਼੍ਰੀਲੰਕਾ ਦੀ ਵੈਕਸੀਨ ਭੇਜ ਕੇ, ਕੁਝ ਅਨਾਜ ਭੇਜ ਕੇ ਮਦਦ ਕੀਤੀ ਸੀ, ਪਰ ਚੀਨ ਨੇ ਜਿਹੜੀ ਆਰਥਿਕ ਮਦਦ ਕੀਤੀ ਹੈ ਇਹਨਾਂ ਮੁਲਕਾਂ ਦੀ, ਉਹਦੇ ਸਾਹਮਣੇ ਸ਼ਾਇਦ ਉਹਨਾਂ ਮੁਲਕਾਂ ਨੂੰ ਇਹ ਮਦਦ ਬਹੁਤ ਛੋਟੀ ਜਾਪ ਰਹੀ ਹੈ। 1970 ਦੇ ਵਿੱਚ ਜਿਹੜਾ ਈਰਾਨ ਢਹਿ ਪਿਆ ਸੀ, ਅੱਜ ਉਹ ਇੱਕ ਵੱਖਰੇ ਅੰਦਾਜ਼ ਦੇ ਵਿੱਚ ਉੱਠ ਰਿਹਾ ਹੈ। ਯੂਰਪੀ ਯੂਨੀਅਨ ਨੇ ਰੂਸ ਨਾਲ ਤਾਂ ਯੂਕਰੇਨ ਦੇ ਸਮਰਥਨ ਦੇ ਵਿੱਚ ਜੰਗ ਸ਼ੁਰੂ ਕਰ ਦਿੱਤੀ, ਪਰ ਚੀਨ ਨਾਲ ਵੀ ਗੱਲਬਾਤ ਸ਼ੁਰੂ ਕਰ ਲਈ ਹੈ ਤਾਂ ਕਿ ਰੂਸ ਤੇ ਚੀਨ ਦੀ ਨੇੜਤਾ ਨੂੰ ਉਹ ਘਟਾ ਸਕਣ। ਹਾਲੇ ਵੀ ਵੇਲਾ ਹੈ ਕਿ ਭਾਰਤ ਨੂੰ ਆਪਣੀ ਕੂਟਨੀਤੀ ਸੰਭਾਲਣ ਤੇ ਸਮਝਣ ਦੀ ਜ਼ਰੂਰਤ ਹੈ। ਉਹ ਉੱਥੇ ਜਾ ਕੇ ਰੂਸ ਨਾਲ ਰਿਸ਼ਤੇ ਬਣਾ ਰਿਹਾ ਹੈ, ਉਹਨੂੰ ਆਪਣੇ ਗਵਾਂਢੀਆਂ ਦੇ ਨਾਲ ਰਿਸ਼ਤੇ ਸੁਧਾਰਨ ਦੀ ਜ਼ਰੂਰਤ ਹੈ। ਅੱਜ ਭਾਵੇਂ ਇਕੱਲਾ ਖੜਾ ਹੈ, ਪਰ ਯੂਕਰੇਨ ਦੇ ਵਿੱਚ ਫਸੇ ਬੱਚਿਆਂ ਦੀ ਮਦਦ ਕਰ ਨਹੀਂ ਸਕਿਆ, ਸਮੇਂ ਤੇ ਨਹੀਂ ਕਰ ਸਕਿਆ। ਹੁਣ ਭਾਵੇਂ ਉਹ ਜਿੰਨੇ ਮਰਜ਼ੀ ਜਹਾਜ਼ ਭੇਜੇ ਤੇ ਉਹਨਾਂ ਨੂੰ ਲਿਆਵੇ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਰਾਸ਼ਟਰਪਤੀ ਜ਼ੈਲੈਂਸਕੀ ਦੀ ਗੱਲ ਮੰਨ ਲੈਂਦੇ ਤਾਂ ਯੂਕਰੇਨ ਦੇ ਵਿੱਚ ਜਿਹੜੇ ਫਸੇ ਹੋਏ ਵਿਦਿਆਰਥੀ ਨੇ, ਸ਼ਾਇਦ ਉਹਨਾਂ ਦੀ ਅੱਜ ਆਹ ਸਥਿਤੀ ਨਾ ਹੁੰਦੀ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਸ਼ਾਇਦ ਹਥਿਆਰ ਤਾਂ ਅਮਰੀਕਾ ਤੋਂ ਵੀ ਖਰੀਦੇ ਜਾ ਸਕਦੇ ਸੀ, ਹਥਿਆਰ ਤਾਂ ਆਪਾਂ ਰੂਸ ਤੋਂ ਲੈਂਦੇ ਹਾਂ, ਪਰ ਰੂਸ ਦੇ ਖਿਲਾਫ ਬੋਲਣਾ ਨਾ, ਘੁੱਗੂ ਬਣ ਜਾਣਾ, ਚੁੱਪ ਹੀ ਰਹਿ ਲੈਣਾ, ਇਹਨੂੰ ਰੂਸ ਦਾ ਸਮਰਥਨ ਆਖਿਆ ਜਾ ਰਿਹਾ ਹੈ। ਸ਼ਾਇਦ ਭਾਰਤ ਨੂੰ ਲੱਗਦਾ ਕਿ ਉਹਦੇ ਕੋਲ ਇਹਦੇ ਤੋਂ ਬਗੈਰ ਕੋਈ ਚਾਰਾ ਨਹੀਂ, ਕਿਉਂਕਿ ਭਾਵੇਂ ਭਾਰਤ ਅੱਜ ਰੂਸ ਕੋਲੋਂ ਹਥਿਆਰ ਖਰੀਦਦਾ, ਪਰ ਲੋੜ ਪੈਣ ਤੇ ਅਮਰੀਕਾ ਕੋਲੋਂ ਵੀ ਖਰੀਦ ਲੈਂਦਾ, ਉਹ ਫਰਾਂਸ ਕੋਲੋਂ ਵੀ ਖਰੀਦ ਲੈਂਦਾ। ਇਹ ਸਭ ਤੋਂ ਸੁਨਹਿਰੀ ਸਮਾਂ ਸੀ ਜਦੋਂ ਆਪਣੀ ਭਾਰਤ ਦਿੱਖ ਸੁਧਾਰ ਸਕਦਾ ਸੀ, ਇੱਕ ਸ਼ਾਂਤੀ ਦੇ ਦੂਤ ਵਜੋਂ ਦੁਨੀਆ ਦੇ ਸਾਹਮਣੇ ਆ ਸਕਦਾ ਸੀ, ਸਾਰਥਕ ਯਤਨ ਕਰ ਸਕਦਾ ਸੀ, ਭਾਵੇਂ ਰੂਸ ਉਹਦੀ ਗੱਲ ਮੰਨਦਾ ਤੇ ਨਾ ਮੰਨਦਾ। ਪਰ ਮੈਨੂੰ ਲੱਗਦਾ ਹੈ ਜਿਹੜਾ ਭਾਰਤੀ ਵਿਦਿਆਰਥੀਆਂ ਨੂੰ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾ,
ਪਹਿਲਾਂ ਤੇ ਆ ਦੂਸਰੀ ਵਾਰ ਫੇਰ ਜਿਹੜਾ ਭਾਰਤ ਵੋਟਿੰਗ ਵੇਲੇ ਗੈਰ ਹਾਜ਼ਰ ਰਿਹਾ, ਭਾਰਤ ਨੇ ਰੂਸ ਦੇ ਹੱਕ ਵਿੱਚ ਚੁੱਪ ਚਪੀਤੇ ਭੁਗਤਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹਦਾ ਖਮਿਆਜ਼ਾ ਉੱਥੇ ਫਸੇ ਹੋਏ ਭਾਰਤੀ ਵਿਦਿਆਰਥੀ ਭੁਗਤ ਰਹੇ ਨੇ। ਤੇ ਹੁਣ ਕੈਨੇਡਾ ਦੇ ਵਿੱਚੋਂ ਦੋ ਕੁ ਮਾੜੀਆਂ ਖਬਰਾਂ ਮਿਲੀਆਂ ਨੇ। ਜ਼ਿਲ੍ਹਾ ਕਪੂਰਥਲਾ ਦੇ ਨਾਲ ਸੰਬੰਧਿਤ 2015 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਹਰਮਨਦੀਪ ਕੌਰ। ਉਮਰ ਹੁਣ ਤਕਰੀਬਨ ਉਹਦੀ 24 ਕੁ ਵਰ੍ਹੇ ਸੀ। ਕੁਝ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਹੈ ਕਲੋਨਾ ਦੇ ਵਿੱਚ ਉਹਦਾ ਕਤਲ ਹੋ ਗਿਆ ਸੀ। ਉਹ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ, PR ਹੁਣ ਉਹਨੂੰ ਮਿਲ ਚੁੱਕੀ ਸੀ। ਹਰਮਨਦੀਪ ਕੌਰ ਨੇ ਪੜ੍ਹਾਈ ਕੈਨੇਡਾ ਦੇ ਵਿੱਚ ਕੀਤੀ, ਵੈਨਕੂਵਰ 'ਚ ਕੀਤੀ। ਕਾਲਜ ਦੇ ਵਿੱਚੋਂ ਪੜ੍ਹਾਈ ਕਰਨ ਤੋਂ ਬਾਅਦ ਉਹਨੇ ਆਪਣਾ ਟਿਕਾਣਾ ਕਲੋਨਾ ਵਿੱਚ ਕੀਤਾ ਸੀ। ਉੱਥੇ ਸਟੋਰ ਦੇ ਵਿੱਚ ਇੱਕ ਕੈਸ਼ੀਅਰ ਦੇ ਵਜੋਂ ਕੰਮ ਕਰਦੀ ਸੀ। ਛੁੱਟੀ ਵਾਲੇ ਦਿਨ ਸਿਕਿਉਰਿਟੀ ਗਾਰਡ ਦਾ ਕੰਮ ਵੀ ਕਰਿਆ ਕਰਦੀ ਸੀ। ਬੀਤੇ ਸ਼ਨੀਚਰਵਾਰ ਦੀ ਸਵੇਰ ਤਕਰੀਬਨ 6 ਵਜੇ ਸੀ, ਇੱਕ ਸਿਰਫਿਰਿਆ ਵਿਅਕਤੀ ਆਇਆ। ਉਹ ਹਰਮਨਦੀਪ ਦੇ ਨਾਲ ਤਕਰਾਰ ਕਰਨ ਲੱਗਿਆ। ਤਕਰਾਰ ਇੱਥੇ ਕੁ ਵੱਧ ਗਈ ਕਿ ਉਹਨੇ ਗੁੱਸੇ ਵਿੱਚ ਆ ਕੇ ਗੋਲੀ ਚਲਾ ਕੇ ਹਰਮਨਦੀਪ ਦਾ ਕਤਲ ਕਰ ਦਿੱਤਾ। ਤੇ ਉਸ ਵਕਤ ਹਰਮਨਦੀਪ UBC ਦਾ ਕਲੋਨਾ ਦੇ ਵਿੱਚ ਜਿਹੜਾ ਕੈਂਪਸ ਹੈ ਯੂਨੀਵਰਸਿਟੀ ਦੇ ਵਿੱਚ, ਉਹ ਸਿਕਿਉਰਿਟੀ ਗਾਰਡ ਦੇ ਵਜੋਂ ਡਿਊਟੀ ਕਰ ਰਹੀ ਸੀ। ਭਾਵੇਂ ਕਿ ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਣਕਾਰੀ ਮਿਲੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਮੁਲਾਜ਼ਮ ਵੀ ਹੈ ਅਤੇ ਨਾਲ ਦੱਸਿਆ ਜਾ ਰਿਹਾ ਕਿ ਮਾਨਸਿਕ ਰੋਗੀ ਵੀ ਹੈ। ਤੇ ਹਰਮਨਦੀਪ ਦੇ ਬਾਪ ਦੱਸਿਆ ਜਾ ਰਿਹਾ ਕਿ ਬੜੇ ਬੁਲਾਪੜੇ ਸੁਭਾਅ ਦੀ ਸੀ, ਬੜੀ ਸੁਘੜ ਸੀ, ਬੜੀ ਸਿਆਣੀ ਸੀ। ਹੁਣ ਇਸ ਮੁਟਿਆਰ ਦੀ ਮੌਤ ਤੋਂ ਬਾਅਦ ਇੱਕ GoFundMe ਚਲਾਇਆ ਜਾ ਰਿਹਾ, ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤੇ ਹਰਮਨਦੀਪ ਦੇ ਮਾਪੇ ਕੈਨੇਡਾ ਆ ਕੇ ਉਹਦਾ ਸੰਸਕਾਰ ਕਰਨਾ ਚਾਹੁੰਦੇ ਆ। ਪਰ ਜੇਕਰ ਹੁਣ ਇਸ ਹੋਏ ਕਤਲ ਦੇ ਉੱਤੇ ਟਿੱਪਣੀ ਕਰੀਏ, ਇੱਕ ਪਾਸੇ ਯੂਨੀਵਰਸਿਟੀ ਦਾ ਮੁਲਾਜ਼ਮ ਵੀ ਹੈ ਤੇ ਦੂਸਰੇ ਪਾਸੇ ਮਾਨਸਿਕ ਰੋਗੀ ਵੀ ਹੈ। ਸੱਚਮੁੱਚ ਗੱਲ ਬੜੀ ਗੰਭੀਰ ਜਾਪਦੀ ਹੈ। ਹੁਣ ਗੰਭੀਰਤਾ ਨਾਲ ਇਹਦੇ ਤੇ ਸਵਾਲ ਵੀ ਉੱਠਣਾ ਚਾਹੀਦਾ ਕਿ ਜਿਹੜਾ ਬੰਦਾ ਮਾਨਸਿਕ ਰੋਗੀ ਹੈ ਭਾਈ, ਉਹਨੂੰ ਯੂਨੀਵਰਸਿਟੀ ਦੇ ਵਿੱਚ ਤੁਸੀਂ ਇੱਕ ਮੁਲਾਜ਼ਮ ਕਿਉਂ ਰੱਖਿਆ? ਹੁਣ ਇਹਦੀ ਗੰਭੀਰਤਾ ਨਾਲ ਜਾਂਚ ਹੋਣੀ ਬੜੀ ਲਾਜ਼ਮੀ ਹੈ। ਪਰ ਦੂਸਰੇ ਪਾਸੇ ਚਾਹੇ ਕੋਈ ਨਵਾਂ ਹੈ ਚਾਹੇ ਕੋਈ ਪੁਰਾਣਾ ਹੈ, ਜੇ ਤੁਸੀਂ ਸਿਕਿਉਰਿਟੀ ਗਾਰਡ ਦੀ ਜੌਬ ਕਰਦੇ ਹੋ, ਕਿਰਪਾ ਕਰਕੇ ਕਿਸੇ ਨਾਲ ਉਲਝਣ ਦੀ ਜ਼ਰੂਰਤ ਨਹੀਂ। ਪਹਿਲਾਂ ਵੀ ਇਸ ਤਰ੍ਹਾਂ ਕਈ ਮੌਤਾਂ ਹੋ ਚੁੱਕੀਆਂ ਨੇ, ਕਈ ਲੋਕ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਨੇ ਤੇ ਆ ਹੁਣ ਹਰਮਨਦੀਪ ਦੀ ਹੋਈ ਤਾਜ਼ਾ ਮੌਤ ਇੱਕ ਹੋਰ ਉਦਾਹਰਣ ਹੈ। ਕਿਰਪਾ ਕਰਕੇ ਜੇਕਰ ਇੰਜ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਕੋਈ ਝਗੜ ਰਿਹਾ ਹੈ, ਉਹ ਤੋਂ ਪਾਸਾ ਵੱਟਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਨਹੀਂ ਪਤਾ ਕਿ ਉਹਦੇ ਕੋਲੇ ਚਾਕੂ ਹੈ, ਉਹਦੇ ਕੋਲੇ ਰਿਵਾਲਵਰ ਹੈ, ਉਹਦੇ ਕੋਲ ਪਿਸਟਲ ਹੈ। ਹਰਮਨਦੀਪ ਦੀ ਇਸ ਬੇਵਕਤੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਵੀ ਕਰਦੇ ਹਾਂ। ਤੇ ਹੁਣ ਪੰਜਾਬ ਦੀਆਂ ਚੋਣਾਂ ਦੇ ਵਕਤ ਇੱਕ ਮੁੱਦਾ ਗਰਮਾਇਆ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ, ਤੇ ਇਹ ਮਾਮਲਾ ਇੱਕ ਵਾਰੀ ਫਿਰ ਲਟਕ ਗਿਆ। ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਅਗਵਾਈ ਵਾਲਾ ਇੱਕ ਸਮੀਖਿਆ ਬੋਰਡ ਬਣਿਆ ਹੋਇਆ, ਸਜ਼ਾ ਸਮੀਖਿਆ ਬੋਰਡ, SRB ਕਹਿੰਦੇ ਆ ਉਹਨੂੰ। SRB ਨੇ 1993 ਦੇ ਵਿੱਚ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਫਿਰ ਟਾਲ ਦਿੱਤੀ ਹੈ। ਉਹ ਇਸ ਵਕਤ ਅੰਮ੍ਰਿਤਸਰ ਜੇਲ੍ਹ 'ਚ ਬੰਦ ਨੇ। ਦਿੱਲੀ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਬੋਰਡ ਦੀ ਅਗਲੀ ਮੀਟਿੰਗ ਤੱਕ ਟਾਲਿਆ ਗਿਆ। ਹੁਣ ਜਦੋਂ ਪੰਜਾਬ ਦੇ ਵਿੱਚ ਚੋਣਾਂ ਸੀ, ਉਸ ਵਕਤ ਵੀ ਇਹ ਮੰਗ ਵੱਡੇ ਪੱਧਰ ਤੇ ਉੱਠੀ। ਮੈਂ ਉਹਨਾਂ ਦਿਨਾਂ 'ਚ ਵੀ ਕਹਿੰਦਾ ਰਿਹਾ ਕਿ ਚੋਣਾਂ ਵਕਤੀ ਮੰਗ ਨਾ ਉਠਾਇਆ ਕਰੋ, ਇਹ ਮੰਗਾਂ ਤਾਂ ਅਕਸਰ ਹੋਣੀਆਂ ਚਾਹੀਦੀਆਂ ਨੇ। ਇਹ ਜਿਹੜਾ ਬੋਰਡ ਹੈ ਇਹਦੇ 7 ਮੈਂਬਰ ਨੇ। 7 ਦੇ ਵਿੱਚ ਇੱਕ ਮੈਂਬਰ ਹੈ ਤਿਹਾੜ ਜੇਲ੍ਹ ਦਾ ਡਾਇਰੈਕਟਰ ਜਨਰਲ, ਇੱਕ ਹੈ ਦਿੱਲੀ ਸਰਕਾਰ ਦਾ ਗ੍ਰਹਿ ਤੇ ਕਾਨੂੰਨ ਵਿਭਾਗ ਦਾ ਸਕੱਤਰ, ਸਮਾਜਿਕ ਭਲਾਈ ਵਿਭਾਗ ਦਾ ਡਾਇਰੈਕਟਰ, ਇੱਕ ਜ਼ਿਲ੍ਹਾ ਜੱਜ ਤੇ ਇੱਕ ਦਿੱਲੀ ਪੁਲਿਸ ਦਾ ਸੀਨੀਅਰ ਅਧਿਕਾਰੀ ਵੀ ਇਸ ਬੋਰਡ ਦਾ ਮੈਂਬਰ ਹੈ। ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਪ੍ਰੋਫੈਸਰ ਭੁੱਲਰ ਨੂੰ 1993 ਦੇ ਵਿੱਚ ਦਿੱਲੀ ਬੰਬ ਧਮਾਕੇ ਹੋਏ ਸੀ। ਉਹਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਤੇ 31 ਹੋਰ ਜ਼ਖਮੀ ਹੋ ਗਏ ਸੀ। ਉਸ ਬੰਬ ਧਮਾਕੇ ਦਾ ਦੋਸ਼ੀ ਪਾਇਆ ਗਿਆ ਸੀ। ਇਸ ਹਮਲੇ ਦੇ ਵਿੱਚ ਉਸ ਵਕਤ ਦੇ ਯੂਥ ਕਾਂਗਰਸ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਉਹ ਬਚ ਗਏ ਸਨ ਤੇ 25 ਅਗਸਤ 2001 ਨੂੰ ਵਿਸ਼ੇਸ਼ ਟਾਡਾ ਅਦਾਲਤ ਨੇ ਪ੍ਰੋਫੈਸਰ ਭੁੱਲਰ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਉਸ ਨੂੰ ਸਜ਼ਾ ਘਟਾ ਦਿੱਤੇ ਜਾਣ ਤੋਂ ਬਾਅਦ ਇਸ ਸਮੇਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਜੂਨ 2015 ਦੇ ਵਿੱਚ ਪ੍ਰੋਫੈਸਰ ਭੁੱਲਰ ਨੂੰ ਖਰਾਬ ਸਿਹਤ ਕਾਰਨ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚੋਂ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਤੇ ਹੁਣ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਇਹਨਾਂ ਕੁਝ ਕੈਦੀਆਂ ਨੂੰ ਰਿਹਾਈ ਵਾਸਤੇ ਕੇਂਦਰ ਸਰਕਾਰ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਸੀ। ਉਹਨਾਂ ਵਿੱਚ ਪ੍ਰੋਫੈਸਰ ਭੁੱਲਰ ਸਾਹਿਬ ਵੀ ਇੱਕ ਨੇ। ਪਰ ਇਹਦਾ ਸਾਰੇ ਦਾ ਸਾਰਾ ਨਜ਼ਲਾ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਨਿਕਲ ਰਿਹਾ ਸੀ, ਚੋਣਾਂ ਤੋਂ ਪਹਿਲਾਂ ਵੀ ਅਤੇ ਅੱਜ ਵੀ। ਇੱਕ ਪਾਸੇ ਪ੍ਰੋਫੈਸਰ ਭੁੱਲਰ
ਵਿਚਕਾਰ ਗੇਂਦ ਬਣਾ ਲਈ ਹੈ ਤੇ ਇਹਦੇ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਦਾ ਬਿਆਨ ਹੈ, ਦੂਸਰੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜਿਹੜੇ ਭਾਜਪਾ ਦੇ ਇਸ ਵਕਤ ਆਗੂ ਨੇ ਉਹਨਾਂ ਦਾ ਬਿਆਨ ਹੈ। ਉਹ ਸਾਰੇ ਦਾ ਸਾਰਾ ਦੋਸ਼ ਇਸ ਵਕਤ ਕੇਜਰੀਵਾਲ ਦੇ ਉੱਤੇ ਮੜ ਰਹੇ ਨੇ। ਪਰ ਸਵਾਲ ਇਸ ਗੱਲ ਦਾ ਕਿ ਕੇਜਰੀਵਾਲ ਦੋਸ਼ੀ ਹੈ। ਅੱਜ ਤੱਕ ਸਾਰੀਆਂ ਹੀ ਧਿਰਾਂ ਨੇ, ਸਾਰੀਆਂ ਹੀ ਪਾਰਟੀਆਂ ਨੇ ਸਿਰਫ ਤੇ ਸਿਰਫ ਰਾਜਨੀਤੀ ਕੀਤੀ, ਇਹਦੇ ਤੋਂ ਇਲਾਵਾ ਕੁਝ ਨਹੀਂ ਕੀਤਾ। ਸ਼ਾਇਦ ਜੇਕਰ ਇਹ ਜਿਹੜੇ ਲੋਕ ਨੇ, ਇਹ ਜਿਹੜੇ ਬੰਦੀ ਸਿੱਖ ਨੇ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜੇਕਰ ਸਾਰੀਆਂ ਧਿਰਾਂ ਇਸ ਮੁੱਦੇ ਦੇ ਉੱਤੇ ਇਕੱਠੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਇਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਾ ਹੁੰਦੇ। ਹੁਣ ਤਾਂ ਚੋਣਾਂ ਵੀ ਹੋ ਚੁੱਕੀਆਂ ਨੇ, ਹੁਣ ਤਾਂ ਜਿਹਨੇ ਵੋਟ ਪਾਉਣੀ ਸੀ ਪੈ ਵੀ ਚੁੱਕੀ ਹੈ। ਇਹ ਚੋਣਾਂ ਦੇ ਵਕਤ ਵੀ ਮੁੱਦਾ ਉੱਠਿਆ ਸੀ ਤੇ ਬਾਅਦ ਦੇ ਵਿੱਚ ਠੰਡੇ ਬਸਤੇ 'ਚ ਪਿਆ। ਉਹ ਦੂਸਰੇ ਪਾਸੇ ਹੁਣ ਲਗਭਗ 23-24 ਦਿਨ ਹੋ ਗਏ ਨੇ ਐਜੂਕੇਸ਼ਨ ਬੋਰਡ ਦੇ ਬਾਹਰ ਮੋਹਾਲੀ ਦੇ ਵਿੱਚ ਧਰਨਾ ਚੱਲ ਰਿਹਾ ਹੈ। ਆ ਜਿਹੜੇ ਵਿਅਕਤੀ ਕਹਿੰਦੇ ਆ ਕਿ ਸਿੱਖਾਂ ਦੇ ਅਸੀਂ ਹਮਦਰਦ ਹਾਂ, ਪ੍ਰੋਫੈਸਰ ਭੁੱਲਰ ਸਾਹਿਬ ਦਾ ਇੱਕ ਕਾਨੂੰਨੀ ਮਸਲਾ ਲੰਬੇ ਸਮੇਂ ਤੋਂ ਉਲਝਾ ਕੇ ਰੱਖਿਆ ਇਹਨਾਂ ਸਾਰੀਆਂ ਰਾਜਨੀਤਿਕ ਧਿਰਾਂ ਨੇ। ਪਰ ਹੁਣ ਇਸ ਵਕਤ ਉਹ ਮੁੱਦਾ ਤਾਂ ਸੁਲਝਾ ਲੈਣ, ਔਰ ਜਿਨ੍ਹਾਂ ਦੀਆਂ ਸਰਕਾਰਾਂ ਵਾਲੀ ਉਹ ਕਿਤਾਬਾਂ ਸਿਲੇਬਸ ਦੇ ਵਿੱਚ ਲੱਗੀਆਂ, ਜਿਨ੍ਹਾਂ ਦੇ ਵਿੱਚ ਬੁਰੇ ਤਰੀਕੇ ਨਾਲ ਸਿੱਖ ਇਤਿਹਾਸ ਤੋੜਿਆ ਗਿਆ ਹੈ, ਉਹਦੇ ਬਾਰੇ ਕਦੇ ਗੱਲ ਹੀ ਨਹੀਂ ਕਰਦੇ। ਸੱਚਮੁੱਚ ਇਹ ਸਾਰੇ ਮੁੱਦੇ ਵੱਡੇ ਮੁੱਦੇ ਨੇ, ਅਹਿਮ ਮੁੱਦੇ ਨੇ। ਇਹਨਾਂ ਦੇ ਉੱਤੇ ਰਾਜਨੀਤੀ ਨਹੀਂ, ਸਗੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸਾਂਝੇ ਤੌਰ ਤੇ ਕੰਮ ਕਰਨਾ ਚਾਹੀਦਾ। ਤੇ ਆਹ ਇੱਕ ਖਬਰ ਮਿਲੀ ਹੈ, ਖਬਰ ਸੱਚਮੁੱਚ ਮੰਦਭਾਗੀ ਹੈ। CBSE ਅਤੇ RCMP ਦੇ ਵੱਲੋਂ ਇੱਕ ਸਾਂਝੀ ਕਾਰਵਾਈ ਕੀਤੀ ਗਈ। ਇਸ ਸਾਂਝੀ ਕਾਰਵਾਈ ਦੇ ਵਿੱਚ 265 ਕਿਲੋ ਸ਼ੱਕੀ ਹੈਰੋਇਨ ਅਤੇ ਕੁਝ ਹੋਰ ਨਸ਼ਾ ਬਰਾਮਦ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਕਿਊਬੈਕ ਨਾਲ ਸੰਬੰਧਿਤ 23 ਵਰ੍ਹਿਆਂ ਦਾ ਇੱਕ ਟਰੱਕ ਡਰਾਈਵਰ ਜਿਹੜਾ ਪੰਜਾਬੀ ਮੂਲ ਦਾ ਹੈ, ਅਰਸ਼ਦੀਪ ਸਿੰਘ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਉਹਦੇ ਤੇ ਦੋਸ਼ ਆਇਦ ਕਰ ਦਿੱਤੇ ਗਏ ਨੇ। 13 ਜਨਵਰੀ ਸਾਲ 2022 ਨੂੰ ਇੱਕ ਕਮਰਸ਼ੀਅਲ ਟਰਾਂਸਪੋਰਟ ਟਰੱਕ ਨੂੰ ਰੋਕਿਆ ਗਿਆ ਤੇ ਰੋਕਣ ਤੋਂ ਬਾਅਦ, ਕਿਉਂਕਿ ਉਸ ਵਕਤ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ ਸੀ, ਉਹਦੀ ਸਭ ਤੋਂ ਪਹਿਲੀ ਜਿਹੜੀ ਇਨਸਪੈਕਸ਼ਨ ਕੀਤੀ ਜਾਂਦੀ ਹੈ, ਪ੍ਰਾਇਮਰੀ ਇਨਸਪੈਕਸ਼ਨ ਕੀਤੀ ਗਈ ਤੇ ਉਹਦੇ ਤੋਂ ਬਾਅਦ ਸ਼ੱਕ ਹੋਇਆ, ਸੈਕੰਡਰੀ ਭਾਵ ਦੂਸਰੀ ਇਨਸਪੈਕਸ਼ਨ ਦੇ ਵਾਸਤੇ ਉਸ ਨੂੰ ਬਾਹਰ ਕੱਢ ਲਿਆ ਗਿਆ। ਜਦੋਂ ਜਾਂਚ ਕੀਤੀ ਗਈ, ਐਕਸਰੇ ਕੀਤੇ ਗਏ ਤਾਂ CBSE ਦੇ ਅਧਿਕਾਰੀਆਂ ਨੇ ਉੱਥੇ ਇੱਕ ਕੂੜੇ ਦਾ ਵੱਡਾ ਬੈਗ ਪਿਆ ਸੀ, ਕੁਝ ਹੋਰ ਵਾਧੂ ਟਾਇਰ ਪਏ ਸਨ। ਉਹ ਵੇਖੇ ਕਿ ਇਹ ਵਾਧੂ ਸਮਾਨ ਲੱਗਦਾ, ਵੇਖੀ ਤਾਂ ਸਹੀ। ਜਾਂਚ ਵਾਸਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਪਤਾ ਲੱਗਾ ਕਿ ਉਹਦੇ ਵਿੱਚ ਗੈਰ ਕਾਨੂੰਨੀ ਸ਼ੱਕੀ ਨਸ਼ੀਲੇ ਪਦਾਰਥ ਸੀ ਤੇ 265 ਕਿਲੋਗ੍ਰਾਮ ਸ਼ੱਕੀ ਹੈਰੋਇਨ, ਸ਼ੱਕੀ 2 CB ਜਿਸ ਨੂੰ ਆਮ ਤੌਰ ਤੇ ਗੁਲਾਬੀ ਕੋਕੀਨ ਆਖਿਆ ਜਾਂਦਾ ਹੈ, ਤੇ ਇਹਦੇ ਨਾਲ ਸ਼ੱਕੀ ਮੈਥਾਫੇਟਾਮਾਈਨ ਵੀ ਜ਼ਬਤ ਕੀਤੀ ਗਈ। ਹੁਣ ਤੁਸੀਂ ਦੇਖੋ ਕਿ ਇਹ ਪਹਿਲਾ ਕੇਸ ਨਹੀਂ ਜਦੋਂ ਟਰੱਕਾਂ ਦੇ ਵਿੱਚੋਂ ਕੈਨੇਡਾ ਅਮਰੀਕਾ ਦੀ ਸਰਹੱਦ ਲੰਘਦਿਆਂ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹੋਣ, ਤੇ ਇਹ ਪਹਿਲਾ ਮੌਕਾ ਨਹੀਂ ਜਦੋਂ ਲੋਕਾਂ ਨੂੰ ਲਾਲਚ ਵਿੱਚ ਆ ਕੇ ਇਸ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਦਿੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ। ਫਿਰ ਸਾਲਾਂ ਬੱਧੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠਦੇ ਆ। ਇਹ ਤਾਂ ਹੁਣ ਕੈਨੇਡਾ ਵਾਲੇ ਪਾਸੇ ਗ੍ਰਿਫਤਾਰੀ ਹੋਈ ਹੈ, ਜੇ ਕਿਤੇ ਇਹੀ ਗ੍ਰਿਫਤਾਰੀ ਅਮਰੀਕਾ ਵਾਲੇ ਪਾਸੇ ਹੁੰਦੀ ਤਾਂ ਸ਼ਾਇਦ ਸਜ਼ਾਵਾਂ ਹੋਰ ਵੀ ਸਖਤ ਹੁੰਦੀਆਂ। ਪਰ ਇਹਦੇ ਤੋਂ ਇੱਕ ਸਿੱਖਿਆ ਲੈਣ ਦੀ ਜ਼ਰੂਰਤ ਹੈ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਕੀ ਕਰਨ ਆਏ ਹਾਂ। ਇੱਕ ਚੰਗੇ ਜੀਵਨ ਲਈ ਆਏ ਹਾਂ, ਠੱਗੀਆਂ ਠੋਰੀਆਂ ਕਰਨ ਨਹੀਂ ਆਏ। ਅਸੀਂ ਭਾਈਚਾਰੇ ਦਾ ਨਾਮ ਖਰਾਬ ਕਰਨ ਨਹੀਂ ਆਏ। 10 ਨੋਹਾਂ ਦੀ ਕਿਰਤ ਕਮਾਈ ਕਰਕੇ ਇਹ ਖੁਸ਼ਹਾਲ ਮੁਲਕਾਂ ਦੇ ਵਿੱਚ ਜ਼ਿੰਦਗੀ ਆਪਣੀ ਤੇ ਆਪਣੇ ਪਰਿਵਾਰ ਦੀ ਬਹੁਤ ਚੰਗੇ ਤਰੀਕੇ ਨਾਲ ਬਸਰ ਕੀਤੀ ਜਾ ਸਕਦੀ ਹੈ। ਪਰ ਫਿਰ ਅਸੀਂ ਆ ਗੈਰ ਕਾਨੂੰਨੀ ਕੰਮਾਂ ਵਿੱਚ ਪੈਂਦੇ ਹਾਂ। ਅਸੀਂ ਉਹ ਤਰੀਕਾ ਲੱਭਦੇ ਹਾਂ ਜਿਹਦੇ ਨਾਲ ਅਸੀਂ ਰਾਤੋਂ ਰਾਤ ਤੇ ਦਿਨੋਂ ਦਿਨ ਅਮੀਰ ਹੁੰਦੇ ਜਾਈਏ। ਇਹ ਜਿਹੜੀ ਲਾਲਸਾ ਨਾ, ਇਹ ਸਾਨੂੰ ਗੈਰ ਕਾਨੂੰਨੀ ਕੰਮਾਂ ਵੱਲ ਵੀ ਧੱਕਦੀ ਹੈ। ਇਹ ਜਿਹੜੀ ਲਾਲਸਾ ਸਾਨੂੰ ਜੇਲ੍ਹ ਦੀਆਂ ਸਲਾਖਾਂ ਤੱਕ ਵੀ ਪਹੁੰਚਾਉਂਦੀ ਹੈ। ਸੋ ਕਿਰਪਾ ਕਰਕੇ ਇਸ ਤਰ੍ਹਾਂ ਦੇ ਕੰਮਾਂ ਤੋਂ ਗੁਰੇਜ਼ ਕਰਿਆ ਕਰੋ। ਸਾਡੇ ਜੇਕਰ ਪਿੱਛੇ ਰਿਸ਼ਤੇਦਾਰ ਨੇ, ਮਾਪੇ ਨੇ, ਉਹ ਦੇਖੋ ਕੀ ਸੋਚ ਕੇ ਸਾਨੂੰ ਉਹਨਾਂ ਨੇ ਇੱਥੇ ਭੇਜਿਆ ਹੋਣਾ, ਤੇ ਉਮਰ ਦੇਖੋ ਕਿ 23 ਵਰ੍ਹੇ। ਹੁਣ ਜੇਲ੍ਹ ਦੀਆਂ ਤਰੀਕਾਂ, ਜੇਲ੍ਹ ਦੀਆਂ ਸਲਾਖਾਂ ਇਹ ਪੈਂਦੀਆਂ ਰਹਿਣਗੀਆਂ ਤੇ ਹੋ ਸਕਦਾ ਕੋਈ ਕੋਰਟ ਡੇਟ ਤੇ ਵੀ ਨਾ ਜਾਵੇ। ਸੋ ਦੋਸਤੋ, ਬੇਨਤੀ ਹੋਈ ਹੈ ਕਿ ਨਸ਼ਿਆਂ ਨੇ ਨੌਜਵਾਨੀ ਬਰਬਾਦ ਕਰਕੇ ਰੱਖ ਦਿੱਤੀ। ਉਹ ਭਾਵੇਂ ਪੰਜਾਬ ਹੈ, ਭਾਵੇਂ ਕੈਨੇਡਾ, ਅਮਰੀਕਾ ਜਾਂ ਹੋਰ ਮੁਲਕ ਨੇ। ਬਚੀਏ ਤੇ ਹੋਰਨਾਂ ਨੂੰ ਬਚਾ ਲਈਏ। ਦੋਸਤੋ, ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ
ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।